जद भाई जैते जी की कुरबानी जुर्रत अते विਉਂਤ की गाथा सुनी तां छाती नाल लगाया अते बचन कीता, रंगरेटे गुरु के बेटे बाप दिता अते गुरु गोबिंद सिंह वर्गा पिता मिलिया। जद गुरु ने कुछ मंगण लई कहा तां रंगरेटे ने कहा, अमृतसर दा दर्शन इशनान बख्शो। भाई ऊदा जी मुसलमानी भेस विच ही दिल्ली विच फिर रहे सन कि गुरु जी दा धड़ उठा लिया जाए अते आदर नाल संस्कार होवे। ਗਿਆਨੀ ਗਿਆਨ ਸਿੰਘ ਦੇ ਸ਼ਬਦਾਂ ਵਿੱਚ ਭਾਈ ਉਦੇ ਲੱਖੀ ਸੋ ਮਿਲ ਗੁਰ ਤਨ ਦਾਹ ਕਰਾਇਓ। ਭਾਈ ਲੱਖੀ ਸ਼ਾਹੀ ਠੇਕੇਦਾਰ ਸੀ। ਉਸ ਨੂੰ ਹਰ ਪਾਸੇ ਆਉਣ ਜਾਣ ਦੀ ਖੁੱਲ੍ਹ ਸੀ। ਲਾਲ ਕਿਲੇ ਵਿੱਚ ਰਸਦਾਤ ਪਹੁੰਚਾ ਕੇ ਉਸ ਆਪਣੇ ਗੱਡੇ ਬਾਹਰ ਲਿਆ ਖੜੇ ਕਰ ਦਿੱਤੇ। ਉਸ ਦੇ ਗੱਡਿਆਂ ਅਤੇ ਬੈਲਾਂ ਦੀ ਗਿਣਤੀ ਨਾਲ ਭੀੜ ਹੀ ਲੱਗ ਗਈ। ਸੂਰਜ ਪ੍ਰਕਾਸ਼ ਨੇ ਭਾਈ ਲੱਖੀ ਸ਼ਾਹ ਤੇ ਟਾਂਡੇ ਦੀ ਗਿਣਤੀ 10,000 ਲਿਖੀ ਹੈ। ਗਿਣਤੀ ਵਿਖੇ 1010। ਭਾਈ ਲੱਖੀ ਸ਼ਾਹ ਉਸ ਦੇ ਬੇਟੇ ਨਗਾਈਆ ਅਤੇ ਭਾਈ ਊਦਾ ਜੀ ਤੇ ਗੁਰਦਿੱਤਾ ਜੀ ਨੇ ਗੱਡਿਆਂ ਅਤੇ ਬੈਲਾਂ ਨੂੰ ਚਾਂਦਨੀ ਚੌਂਕ ਵੱਲ ਹੱਕ ਦਿੱਤਾ। ਚਾਂਦਨੀ ਚੌਂਕ ਦੇ ਐਨ ਵਿਚਕਾਰ ਨਦੀ ਸੀ ਅਤੇ ਕਿਲੇ ਤੋਂ ਫਤਿਹਪੁਰੀ ਜਾਂਦਿਆਂ ਸਾਰੇ ਗੱਡੇ ਖੱਬੇ ਪਾਸੇ ਕੋਤਵਾਲੀ ਵੱਲ ਕਰ ਲਏ। ਇੱਕ ਪਹਿਲਾਂ ਹਨੇਰੀ ਤੂਫਾਨ ਉਧਰੋਂ ਗੱਡਿਆਂ ਅਤੇ ਬੈਲਾਂ ਦੇ ਟੁਰਨ ਕਾਰਨ ਧੂੜ ਇਤਨੀ ਉੱਡ ਰਹੀ ਸੀ ਕਿ ਜੋ ਸਿਪਾਹੀ ਗੁਰੂ ਜੀ ਦੇ ਪਾਵਨ ਦੇਹੀ ਦੀ ਰਖਵਾਲੀ ਕਰ ਰਹੇ ਸਨ ਉਹ ਪਿੱਛੇ ਹਟ ਗਏ। ਭਾਈ ਲੱਖੀ ਸ਼ਾਹ ਦੇ ਸ਼ਾਹੀ ਠੇਕੇਦਾਰ ਹੋਣ ਕਾਰਨ ਕਿਸੇ ਰੁਕਾਵਟ ਵੀ ਨਾ ਪਾਈ। ਕੁਝ ਗੱਡਿਆਂ ਦੇ ਲੰਘ ਜਾਣ ਉਪਰੰਤ ਮਹਾਰਾਜ ਦੀ ਪਾਵਨ ਦੇਹੀ ਨੂੰ ਲੱਖੀ ਸ਼ਾਹ, ਨਿਗਾਈਆਂ ਅਤੇ ਭਾਈ ਊਦਾ ਅਤੇ ਗੁਰਦਿੱਤਾ ਜੀ ਨੇ ਉਠਾ ਲਿਆ ਅਤੇ ਇੱਕ ਰੂਈ ਦੇ ਗੱਡੇ ਵਿਚਕਾਰ ਮਹਾਰਾਜ ਦੇ ਧੜ ਨੂੰ ਰੱਖ ਦਿੱਤਾ ਅਤੇ ਛੇਤੀ ਨਾਲ ਬਹੁਤ ਸਾਰੀ ਰੂੰ ਪਾ ਕੇ ਧੜ ਨੂੰ ਛੁਪਾ ਦਿੱਤਾ ਅਤੇ ਯਕੀਨ ਨਾਲ ਰਕਾਬਗੰਜ ਆਪਣੇ ਡੇਰੇ ਚੱਲ ਪਏ ਕਿ ਹੁਣ ਕੋਈ ਪੁੱਛਣ ਦੇਖਣ ਵਾਲਾ ਨਹੀਂ। ਸਾਰੇ ਟਾਂਡੇ ਨੂੰ ਰਕਾਬਗੰਜ ਪੁੱਜਦਿਆਂ ਕਾਫੀ ਸਮਾਂ ਲੱਗ ਗਿਆ ਅਤੇ ਅੱਧੀ ਰਾਤ ਢਲ ਗਈ। ਰਾਤ ਨੂੰ ਆਪਣੇ ਹੀ ਘਰ ਚਿਖਾ ਬਣਾ ਕੇ ਲੱਖੀ ਸ਼ਾਹ ਨੇ ਘਰ ਨੂੰ ਸਭ ਸਮਾਨ ਸਮੇਤ ਅੱਗ ਲਗਾ ਦਿੱਤੀ ਅਤੇ ਸਿਰ ਝੁਕਾ ਸ਼ੁਕਰ ਮਨਾਇਆ ਕਿ ਗੁਰੂ ਜੀ ਦਾ ਸੰਸਕਾਰ ਕਰ ਦਿੱਤਾ ਗਿਆ ਹੈ। ਮਹਾਰਾਜ ਦੀਆਂ ਪਾਵਨ ਅਸਥੀਆਂ ਨੂੰ ਉਸਨੇ ਗਾਗਰ ਵਿੱਚ ਪਾ ਕੇ ਉੱਥੇ ਹੀ ਦਬਾ ਦਿੱਤਾ। ਰਾਤ ਗਈ। ਜਦ ਪਹਿਰੂਆਂ ਨੂੰ ਲਾਸ਼ ਗਾਇਬ ਹੋਣ ਦਾ ਪਤਾ ਲੱਗਾ ਤਾਂ ਉਹ ਬਹੁਤ ਦੌੜੇ ਭੱਜੇ, ਪਰ ਕੌਤਕ ਹੋ ਗਿਆ ਸੀ। ਭੱਟ ਕੇਸੋ ਨੇ ਇਸੇ ਨੂੰ ਦੇਖ ਸੁਣ ਲਿਖਿਆ ਲੱਗਦਾ ਹੈ, ਚਲਾ ਚਲਾਈ ਹੋ ਰਹੀ ਗੜਗੜ ਉਖਰੇ ਮੇਖ, ਲੱਖੀ ਨਗਾਈਆ ਲੈ ਗਏ ਤੂੰ ਖੜਾ ਤਮਾਸ਼ਾ ਦੇਖ। ਇਹ ਸਰਦਾਰ ਬਘੇਲ ਸਿੰਘ ਜੀ ਮਿਸਲ ਕਰੋੜ ਸਿੰਘੀਆਂ ਦੇ ਹੀ ਹਿੱਸੇ ਆਇਆ ਹੈ ਕਿ ਉਹ ਦਿੱਲੀ ਫਤਿਹ ਕਰਨ ਉਪਰੰਤ ਗੁਰਦੁਆਰਿਆਂ ਦੀਆਂ ਯਾਦਗਾਰਾਂ ਲੱਭ ਕੇ ਉਸਾਰਨ। ਜਿੱਥੇ ਲੱਖੀ ਸ਼ਾਹ ਨੇ ਪਾਵਨ ਦੇਹੀ ਸਮੇਤ ਘਰ ਨੂੰ ਅੱਗ ਲਗਾ ਕੇ ਸੰਸਕਾਰ ਕੀਤਾ ਸੀ ਉੱਥੇ ਸਭ ਤੋਂ ਪਹਿਲਾਂ ਗੁਰਦੁਆਰਾ ਬਣਾਇਆ। ਫਿਰ ਜਿੱਥੇ ਗੁਰੂ ਹਰਿਕ੍ਰਿਸ਼ਨ ਅਤੇ ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਦੇਵ ਜੀ ਦੇ ਅੰਗੀਠੇ ਸਨ ਉੱਥੇ ਅਸਥਾਨ ਉਸਾਰੇ। ਬੰਗਲਾ ਸਾਹਿਬ ਵੀ ਬਣਾਇਆ, ਪਰ ਸਭ ਤੋਂ ਮੁਸ਼ਕਿਲ ਕਾਰਜ ਉਸ ਥਾਂ ਤੇ ਗੁਰਦੁਆਰਾ ਉਸਾਰਨਾ ਸੀ ਜਿੱਥੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਸੀ। ਭਾਲ ਕਰਦਿਆਂ ਉਸ ਮਾਸ਼ਕੀ ਦੀ ਘਰ ਵਾਲੀ ਮਿਲ ਗਈ ਜਿਸ ਨੇ ਸ਼ਹਾਦਤ ਪਿੱਛੋਂ ਜਲ ਛਿੜਕ ਉਹ ਥਾਂ ਧੋਤਾ ਸੀ। ਉਸ ਬੁੱਢੀ ਔਰਤ ਨੇ ਦੱਸਿਆ ਕਿ ਬੋਹੜ ਦੇ ਬਿਰਛ ਪਾਸ ਜਿੱਥੇ ਮਸੀਤ ਬਣੀ ਹੋਈ ਹੈ ਉੱਥੇ ਸਾਕਾ ਹੋਇਆ ਸੀ। ਸਰਦਾਰ ਬਘੇਲ ਸਿੰਘ ਨੇ ਉਸ ਥਾਂ ਇੱਕ ਨਿੱਕਾ ਜਿਹਾ ਥੜਾ ਬਣਵਾ ਦਿੱਤਾ। ਥੜਾ ਉਸਰਿਆ ਦੇਖ ਕੁਝ ਮੁਸਲਮਾਨ ਟਾਕਰਾ ਕਰਨ ਆ ਗਏ। ਇੱਕ ਛੋਟੀ ਜਿਹੀ ਝੜਪ ਵੀ ਹੋਈ ਅਤੇ ਵਜ਼ੀਰ ਆਜ਼ਮ ਆਪੂ ਆਇਆ। ਸਰਦਾਰ ਬਘੇਲ ਸਿੰਘ ਨੇ ਸਪਸ਼ਟ ਕਹਿ ਦਿੱਤਾ ਕਿ ਉਸ ਥਾਂ ਤੇ ਅਧਿਕਾਰ ਕੀਤੇ ਬਗੈਰ ਖਾਲਸਾ ਚੁੱਪ ਨਹੀਂ ਹੋਣ ਲੱਗਾ। ਵਜ਼ੀਰ ਆਜ਼ਮ ਨੇ ਸਿਆਣਪ ਤੋਂ ਕੰਮ ਲੈਂਦਿਆਂ ਦੋਵੇਂ ਪਾਸਿਆਂ ਤੋਂ ਥੋੜ੍ਹੀ ਥੋੜ੍ਹੀ ਥਾਂ ਛੁਡਵਾ ਲਈ ਅਤੇ ਕੋਤਵਾਲੀ ਦੇ ਲਾਗੇ ਬਰਾਦਰੀ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਲਈ ਅਸਥਾਨ ਵੀ ਬਣਵਾ ਦਿੱਤਾ। ਉਸ ਥਾਂ ਦਾ ਨਾਂ ਸ਼ੀਸ਼ਗੰਜ ਰੱਖਿਆ ਗਿਆ। ਇੱਕ ਸਿੱਖ ਸੇਵਾ ਸੰਭਾਲ ਲਈ ਵੀ ਨਿਯਤ ਕਰ ਦਿੱਤਾ ਗਿਆ। 1657 ਦੇ ਗਦਰ ਪਿੱਛੋਂ ਰਾਜਾ ਸਰੂਪ ਸਿੰਘ ਜੀਂਦ ਵਾਲੇ ਨੇ ਲਾਗੇ ਦੀ ਹੋਰ ਥਾਂ ਲੈ ਕੇ ਗੁਰਦੁਆਰੇ ਦੀ ਉਸਾਰੀ ਕੀਤੀ। ਮੁਸਲਮਾਨਾਂ ਕਈ ਸ਼ਿਕਾਇਤਾਂ ਕੀਤੀਆਂ ਕਿ ਇਹ ਥਾਂ ਖਾਲਸੇ ਨੂੰ ਨਾ ਮਿਲੇ, ਪਰ ਰਾਜਾ ਰਘਬੀਰ ਸਿੰਘ ਜੀਂਦ ਵਾਲੇ ਨੇ ਵਲਾਇਤ ਤੋਂ ਮਨਜ਼ੂਰੀ ਲੈ ਕੇ ਹੁਣ ਵਾਲੀ ਥਾਂ ਸੀਸਗੰਜ ਉਸਾਰ ਦਿੱਤਾ। 1968 ਈਸਵੀ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਤੇ ਕੋਤਵਾਲੀ ਦਾ ਬਹੁਤ ਹਿੱਸਾ ਗੁਰਦੁਆਰਾ ਸੀਸਗੰਜ ਦੇ ਨਾਂ ਲਗਵਾ ਦਿੱਤਾ ਗਿਆ ਅਤੇ 1983 ਈਸਵੀ ਨੂੰ ਸਾਰੀ ਕੋਤਵਾਲੀ ਪੰਥ ਦੇ ਹਵਾਲੇ ਕਰ ਦਿੱਤੀ ਗਈ। ਸ਼ਹਾਦਤ ਵੇਲੇ ਬਖਤ ਮਲ ਦਾ ਕਹਿਣਾ ਹੈ ਕਿ ਇੱਕ ਖੁੱਲ੍ਹ ਖਿਆਲੀਏ ਦਰਵੇਸ਼ ਨੇ ਜਦ ਸ਼ਹੀਦ ਗੁਰੂ ਤੇਗ ਬਹਾਦਰ ਦੇ ਪਾਵਨ ਮ੍ਰਿਤਕ ਸਰੀਰ ਨੂੰ ਡਿੱਠਾ ਤਾਂ ਪੁਕਾਰ ਕੇ ਕਿਹਾ ਕਿ ਸੁਲਤਾਨ ਨੇ ਚੰਗਾ ਨਹੀਂ ਕੀਤਾ। ਇਨ੍ਹਾਂ ਕਾਰਨਾਂ ਕਰਕੇ ਹੀ ਇੱਕ ਐਸਾ ਬਗਾਵਤ ਦਾ ਤੂਫਾਨ ਉੱਠੇਗਾ ਜੋ ਸਾਰੀ ਦਿੱਲੀ ਨੂੰ ਆਪਣੀ ਲਪੇਟ ਵਿੱਚ ਲੈ ਲਵੇਗਾ ਅਤੇ ਦਿੱਲੀ ਉਜਾੜ ਕੇ ਰੱਖ ਦੇਵੇਗਾ। ਬਿਲਕੁਲ ਹੀ ਐਸਾ ਹੋਇਆ। ਇਸ ਸ਼ਹਾਦਤ ਨੇ ਦਿੱਲੀ ਹਿਲਾ ਦਿੱਤੀ। ਪ੍ਰਾਚੀਨ ਪੰਥ ਪ੍ਰਕਾਸ਼
ਕਿਰਤ ਭਾਈ ਰਤਨ ਸਿੰਘ ਭੰਗੂ ਨੇ ਸ਼ਹਾਦਤ ਦੇ ਪ੍ਰਭਾਵ ਨੂੰ ਬੜੀ ਭਾਵਪੂਰਤ ਤੁਕ ਦੇ ਕੇ ਲਿਖ ਦਿੱਤਾ ਹੈ ਕਿ ਤਬ ਤੇ ਘਟੀ ਪਾਤਸ਼ਾਹੀ ਦਿੱਲੀ, ਤਬ ਤੇ ਤੁਰਕ ਕਲਾ ਭਈ ਢਿੱਲੀ। ਉਸ ਪਿੱਛੋਂ ਔਰੰਗਜ਼ੇਬ ਉਹ ਨਾ ਰਿਹਾ ਜੋ ਪਹਿਲਾਂ ਸੀ। ਰਾਤ ਨੂੰ ਬੁੜਾ ਮੰਜੇ ਤੋਂ ਉੱਠਦਾ ਸੀ। ਉਮਦਤ ਤਵਰੀਖ ਦੇ ਲਿਖਾਰੀ ਸੋਹਣ ਲਾਲ ਸੂਰੀ ਨੇ ਜਿੱਥੇ ਇੱਕ ਫਕੀਰ ਦੇ ਮੂੰਹੋਂ ਨਿਕਲੇ ਸ਼ਬਦ ਲਿਖੇ ਹਨ ਕਿ ਛੇਤੀ ਹੀ ਥੋੜ੍ਹੇ ਦਿਨਾਂ ਅੰਦਰ ਬੜੀਆਂ ਵੱਡੀਆਂ ਆਫਤਾਂ ਅਤੇ ਦੁਰਘਟਨਾਵਾਂ ਇਸ ਧਰਤੀ ਤੇ ਅੱਲਾ ਦੇ ਹੁਕਮ ਨਾਲ ਸਭ ਦੇ ਸਾਹਮਣੇ ਹੋਣਗੀਆਂ, ਉੱਥੇ ਗੁਰੂ ਤੇਗ ਬਹਾਦਰ ਜੀ ਦੇ ਬਚਨ ਵੀ ਹੋਏ ਸਨ ਕਿ ਥੋੜ੍ਹੇ ਸਮੇਂ ਵਿੱਚ ਹੀ ਇਸ ਜ਼ੁਲਮੀ ਬਾਦਸ਼ਾਹ ਦੀਆਂ ਜੜ੍ਹਾਂ ਪੁੱਟੀਆਂ ਜਾਣਗੀਆਂ। ਦਰਬਾਰ ਵਿੱਚ 2 ਰਾਵਾਂ ਹੋ ਗਈਆਂ, ਕਈਆਂ ਨੇ ਅਸਤੀਫੇ ਦਿੱਤੇ। ਸਿੱਖ ਇਤਿਹਾਸ ਵਿੱਚ ਕੋਤਵਾਲ, ਦਿੱਲੀ, ਅਬਦੁੱਲਾ ਦਾ ਨੌਕਰੀ ਛੱਡ ਸ਼੍ਰੀ ਅਨੰਦਪੁਰ ਸਾਹਿਬ ਆ ਟਿਕਾਣਾ ਲਿਖਿਆ ਹੈ। ਔਰੰਗਜ਼ੇਬ ਆਪੂ ਵੀ ਜਦ ਦਿੱਲੀ ਪੁੱਜਾ ਤਾਂ ਉਸ ਨੂੰ ਤਗੜੀ ਮੁਖਾਲਫਤ ਦਾ ਸਾਹਮਣਾ ਕਰਨਾ ਪਿਆ। ਜਿਸ ਔਰੰਗਜ਼ੇਬ ਸਾਹਮਣੇ ਕਿਸੇ ਨੂੰ ਬੋਲਣ ਦਾ ਹੌਸਲਾ ਨਹੀਂ ਸੀ ਪੈਂਦਾ, ਉਸੇ ਔਰੰਗਜ਼ੇਬ ਨੂੰ ਜਾਮੇ ਮਸਜਿਦ ਜੁਮੇ ਦੀ ਨਮਾਜ਼ ਪੜ੍ਹਨ ਉਪਰੰਤ ਜਿਸ ਵੇਲੇ ਉਹ ਬੇੜੀ ਤੋਂ ਤਖਤੇ ਰਵਾ ਤੇ ਸਵਾਰ ਹੋਣ ਲੱਗਾ ਸੀ, ਇੱਕ ਸਿੱਖ ਨੇ 2 ਇੱਟਾਂ ਮਾਰੀਆਂ। ਜੇ ਉਸ ਦੇ ਅੰਗ ਰਕਸ਼ਕ ਉਸ ਸਿੱਖ ਨੂੰ ਨਾ ਪਕੜਦੇ ਤਾਂ ਔਰੰਗਜ਼ੇਬ ਦਾ ਕੰਮ ਉੱਥੇ ਹੀ ਹੋ ਜਾਣਾ ਸੀ। ਸਿੱਖ ਸ਼ਹੀਦ ਹੋ ਗਿਆ, ਪਰ ਦੱਸ ਗਿਆ ਕਿ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੇ ਹਰ ਜਿਸਮ ਵਿੱਚ ਰੂਹ ਕਿਵੇਂ ਫੂਕੀ ਹੈ। ਮੁਆਸਰੇ ਆਲਮਗੀਰੀ ਨੇ ਉਸ ਸਿੱਖ ਨੂੰ ਗੁਰੂ ਤੇਗ ਬਹਾਦਰ ਦਾ ਸਿੱਖ ਲਿਖਿਆ ਹੈ। ਇਸ ਤੋਂ ਇਹ ਵੀ ਪ੍ਰਤੀਤ ਹੁੰਦਾ ਹੈ ਕਿ ਹਰ ਸਿੱਖ ਨੂੰ ਇਹ ਸ਼ਹਾਦਤ ਸਿੰਘ ਸ਼ੇਰ ਬਣਾ ਗਈ ਸੀ। ਮੁਆਸਰੇ ਆਲਮਗੀਰੀ ਨੇ ਇਹ ਘਟਨਾ 30 ਅਕਤੂਬਰ 1676 ਈਸਵੀ ਦੇ ਸਾਲ ਹੇਠਾਂ ਦਰਜ ਕੀਤੀ ਹੈ। ਇਸ ਦਾ ਉਲਥਾ ਇਸ ਪ੍ਰਕਾਰ ਹੈ। 19 ਤਰੀਕ ਮੁਬਾਰਕ ਸਵਾਰੀ ਜਾਮਿਆ ਮਸਜਿਦ ਤੋਂ ਵਾਪਸ ਹੋ ਰਹੀ ਸੀ। ਆਲਮਗੀਰ ਕਿਸ਼ਤੀ ਤੋਂ ਉਤਰ ਕੇ ਤਖਤੇ ਰਵਾਂ ਤੇ ਸਵਾਰ ਹੋ ਰਹੇ ਸਨ ਕਿ ਇੱਕ ਬਦਬਖਤ ਸਿਰਫਿਰੇ ਨੇ, ਜੋ ਗੁਰੂ ਤੇਗ ਬਹਾਦਰ ਦਾ ਸਿੱਖ ਸੀ, 2 ਇੱਟਾਂ ਸੁੱਟੀਆਂ, ਜਿਨ੍ਹਾਂ ਵਿੱਚੋਂ ਇੱਕ ਤਖਤ ਤੇ ਗਿਰੀ। ਜਲੋ ਦੇ ਪਿਆਦਿਆਂ ਨੇ ਉਸ ਬਦਨਸੀਬ ਨੂੰ ਗ੍ਰਿਫਤਾਰ ਕਰਕੇ ਕੋਤਵਾਲ ਦੇ ਹਵਾਲੇ ਕਰ ਦਿੱਤਾ। ਫਿਰ ਮੁਆਸਰੇ ਆਲਮਗੀਰੀ ਨੇ ਜ਼ਿਕਰ ਕੀਤਾ ਹੈ ਕਿ ਚਾਂਦਨੀ ਚੌਕ ਵਿੱਚੋਂ ਜਦ ਔਰੰਗਜ਼ੇਬ ਦੀ ਸਵਾਰੀ ਲੰਘ ਰਹੀ ਸੀ ਤਾਂ ਇੱਕ ਨੇ ਦੂਰੋਂ ਸੋਟੀ ਦੇ ਮਾਰੀ, ਅਤੇ 2 ਦਿਨ ਬਾਅਦ ਜਦ ਉਹ ਘੋੜੇ ਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਇੱਕ ਨੇ ਤਲਵਾਰ ਕੱਢ ਕੇ ਹਮਲਾ ਕੀਤਾ। ਮੁਕਰਮ ਖਾਨ ਦੀ ਉਂਗਲੀ ਵੀ ਕੱਟੀ ਗਈ। ਚੋਬ ਬਰਦਾਰਾਂ ਨੇ ਉਸ ਨੂੰ ਉੱਥੇ ਹੀ ਕਤਲ ਕਰ ਦੇਣਾ ਸੀ, ਪਰ ਬਾਦਸ਼ਾਹ ਨੇ ਰੋਕ ਦਿੱਤਾ। ਔਰੰਗਜ਼ੇਬ ਦਿੱਲੀ ਵੜਦਿਆਂ ਆਪਣਾ ਐਸਾ ਸਵਾਗਤ ਹੁੰਦਾ ਦੇਖ ਸੋਚਣ ਤੇ ਮਜਬੂਰ ਹੋਇਆ। ਜਿਸ ਜਵਾਲਾ ਨੂੰ ਉਸ ਸਖਤੀ ਨਾਲ ਦਬਾ ਰੱਖਿਆ ਸੀ, ਉਹ ਭੜਕਣ ਲੱਗ ਪਈ ਸੀ। ਸੱਚੀ ਗੱਲ ਤਾਂ ਇਹ ਹੈ ਕਿ ਔਰੰਗਜ਼ੇਬ ਫਿਰ ਦਿੱਲੀ ਨਹੀਂ ਰਹਿ ਸਕਿਆ। ਸਾਡਾ ਇਤਿਹਾਸ ਤਾਂ ਕਹਿੰਦਾ ਹੈ ਕਿ ਮਹਿਲਾਂ ਵਿੱਚ ਸੁੱਤਿਆਂ ਬਰੜਾ ਉੱਠਦਾ ਸੀ ਅਤੇ ਇਹੀ ਹੀ ਆਵਾਜ਼ਾਂ ਕੰਨਾਂ ਵਿੱਚ ਪੈਂਦੀਆਂ ਸਨ ਕਿ ਦਿੱਲੀ ਵਿੱਚ ਸੁੱਤਿਆਂ ਹੀ ਮਾਰ ਦਿੱਤਾ ਜਾਵੇਗਾ। ਔਰੰਗਜ਼ੇਬ ਦਿੱਲੀ ਤੋਂ ਦੱਖਣ ਵੱਲ 5 ਦਸੰਬਰ 1676 ਈਸਵੀ ਦਾ ਗਿਆ, ਫਿਰ ਵਾਪਸ ਨਹੀਂ ਆ ਸਕਿਆ। ਉਸ ਦੀ ਮੌਤ ਵੀ ਖੁਲਦਾਬਾਦ ਨੇੜੇ ਔਰੰਗਾਬਾਦ 3 ਮਾਰਚ 1606 ਈਸਵੀ ਨੂੰ ਹੋਈ ਅਤੇ ਦਬਾਇਆ ਵੀ ਉੱਥੇ ਹੀ ਗਿਆ। ਭਾਈ ਨੰਦ ਲਾਲ ਨੇ ਬਹੁਤ ਸੋਹਣਾ ਲਿਖਿਆ ਹੈ ਕਿ ਸੱਚ ਦੀਆਂ ਕਿਰਨਾਂ 9ਵੇਂ ਪਾਤਸ਼ਾਹ ਦੇ ਪਵਿੱਤਰ ਵਜੂਦ ਸਦਕਾ ਹੀ ਰੌਸ਼ਨ ਹਨ। ਗੁਰੂ ਤੇਗ ਬਹਾਦਰ ਉਚੇਰੀ ਸੱਚਾਈ ਦੀ ਸਹੀ ਨੀਂਹ ਪਾ ਗਏ। ਇਸ ਤੋਂ ਉਚੇਚੀ ਸੱਚਾਈ ਕੀ ਹੋ ਸਕਦੀ ਹੈ ਕਿ ਉਸ ਧਰਮ ਦੀ ਰੱਖਿਆ ਲਈ ਸ਼ਹੀਦ ਹੋ ਜਾਣਾ ਜਿਸ ਵਿੱਚ ਉਹਨਾਂ ਦਾ ਵਿਸ਼ਵਾਸ ਤੱਕ ਨਾ ਹੋਵੇ। ਜੰਝੂ ਉਹ ਪਹਿਨਦੇ ਨਹੀਂ ਸਨ, ਤਿਲਕ ਉਹ ਲਗਾਉਂਦੇ ਨਹੀਂ ਸਨ, ਹਿੰਦੂ ਰਹੁ ਰੀਤ ਨੂੰ ਉਹ ਮੰਨਦੇ ਨਹੀਂ ਸਨ। ਉਹਨਾਂ ਦੀ ਕੁਰਬਾਨੀ ਦੀ ਤੁਲਨਾ ਇਸ ਲਈ ਮਕਾਲਫ ਆਖਦਾ ਹੈ ਕਿ ਦੁਨੀਆ ਦੀ ਕਿਸੇ ਵੀ ਘਟਨਾ ਨਾਲ ਨਹੀਂ ਕੀਤੀ ਜਾ ਸਕਦੀ। ਇਹ ਸ਼ਹਾਦਤ ਆਪਣੇ ਆਪ ਵਿੱਚ ਇੱਕ ਨਿਵੇਕਲੀ, ਅਲੌਕਿਕ ਅਤੇ ਅਨੋਖਾ ਸਾਕਾ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਾਂ ਇਸ ਲਈ ਇਸ ਨੂੰ ਕਲਯੁਗ ਦਾ ਵੱਡਾ ਸਾਕਾ ਲਿਖਦੇ ਹਨ। ਇਹ ਸ਼ਹਾਦਤ ਨਿੱਜ ਲਈ ਜਾਂ ਆਪਣੀ ਹੋਂਦ ਬਚਾਉਣ ਲਈ ਨਹੀਂ ਸੀ, ਪਰ ਲਈ ਸੀ। ਇੰਦੂ ਭੂਸ਼ਣ ਬੈਨਰਜੀ ਆਪਣੀ ਪੁਸਤਕ ਐਵੋਲਿਊਸ਼ਨ ਆਫ ਖਾਲਸਾ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਆਪ ਅਪਣਾਈ ਸ਼ਹਾਦਤ ਕਹਿੰਦਾ ਹੈ। ਧਰਮ ਹੇਤ ਉਹਨਾਂ ਚਾਅ ਨਾਲ ਕੁਰਬਾਨੀ ਦਿੱਤੀ। ਗੁਰੂ ਜੀ ਨੂੰ ਪਤਾ ਸੀ ਔਰੰਗਜ਼ੇਬ ਦੀ ਦੁਨਿਆਵੀ ਸ਼ਕਤੀ ਬੇਪਨਾਹ ਹੈ, ਪਰ ਉਹਨਾਂ ਨਿਮਾਣਿਆਂ ਨਿਤਾਣਿਆਂ ਲਿਤਾੜਿਆਂ ਤੇ ਡਰਾਏ ਜਾ ਰਿਹਾਂ ਦੀ ਬਾਂਹ ਪਕੜੀ। ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਉਹਨਾਂ ਦੀ ਸ਼ਹਾਦਤ ਹੋਈ। ਇੱਧਰ ਔਰੰਗਜ਼ੇਬ ਹਿੰਦੁਸਤਾਨ ਨੂੰ ਇੱਕਮਈ ਕਰਨ ਤੇ ਤੁਲਿਆ ਹੋਇਆ ਸੀ, ਉੱਧਰ ਗੁਰੂ ਤੇਗ ਬਹਾਦਰ ਜੀ ਜ਼ੁਲਮ ਗੁਲਾਮੀ ਰੱਬ ਨਾ ਭਾਵੇ ਦਾ ਭਾਵ ਜਗਤ ਨੂੰ ਦ੍ਰਿੜਾਉਣ ਲਈ ਡਟੇ ਹੋਏ ਸਨ। ਇੱਕ ਇਤਿਹਾਸਕਾਰ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਮਿਥਿਹਾਸਿਕ ਪੰਛੀ ਕਨਹੂਸ ਨਾਲ ਤੁਲਨਾ ਦਿੱਤੀ ਹੈ।
ਫੀਨਕਸ ਸਾਰੀ ਉਮਰ ਆਕਾਸ਼ ਵਿੱਚ ਉੱਡਦਾ ਹੈ ਅਤੇ ਮਦਰ ਗੀਤ ਗਾ ਵਾਤਾਵਰਨ ਵਿੱਚ ਆਸ਼ਾ ਭਰਦਾ ਹੈ। ਜਦ ਪੰਛੀ ਦਾ ਅੰਤਿਮ ਸਮਾਂ ਨੇੜੇ ਆਉਂਦਾ ਹੈ ਤਾਂ ਜ਼ਮੀਨ 'ਤੇ ਉਤਰ ਆਉਂਦਾ ਹੈ, ਤੀਲੇ ਤਿਨਕੇ ਇਕੱਠੇ ਕਰਕੇ ਫਿਰ ਅੰਤਿਮ ਗੀਤ ਗਾਉਂਦਾ ਹੈ ਤਾਂ ਜਵਾਲਾ ਭੜਕ ਉੱਠਦੀ ਹੈ। ਉਸ ਬਲਦੀ ਅੱਗ ਵਿੱਚ ਉਹ ਸੜ ਮਰਦਾ ਹੈ। ਜਦ ਅੱਗ ਬੁਝ ਜਾਂਦੀ ਹੈ ਤਾਂ ਵਿੱਚੋਂ ਇੱਕ ਆਂਡਾ ਵਿਖਾਈ ਦਿੰਦਾ ਹੈ। ਉਸੇ ਆਂਡੇ ਵਿੱਚੋਂ ਥੋੜ੍ਹੇ ਚਿਰ ਪਿੱਛੋਂ ਉਸੇ ਹੀ ਪ੍ਰਕਾਰ ਦਾ ਇੱਕ ਹੋਰ ਪੰਛੀ ਨਿਕਲ ਆਕਾਸ਼ ਵਿੱਚ ਉੱਡ ਜਾਂਦਾ ਹੈ ਅਤੇ ਗੀਤ ਫਿਰ ਆਕਾਸ਼ ਵਿੱਚ ਗੂੰਜਣ ਲੱਗ ਪੈਂਦੇ ਹਨ। ਕੁਝ ਐਸੀ ਹੀ ਸ਼ਹਾਦਤ ਗੁਰੂ ਤੇਗ ਬਹਾਦਰ ਜੀ ਦੀ ਸੀ। ਸਾਰੀ ਉਮਰ ਆਪ ਜੀ ਵੈਰਾਗ ਤੇ ਚੜ੍ਹਦੀ ਕਲਾ ਦੇ ਗੀਤ ਗਾਉਂਦੇ ਰਹੇ। ਧਰਤੀ ਦੀ ਉਹਨਾਂ ਕੋਈ ਗੱਲ ਨਹੀਂ ਕੀਤੀ। ਚੇਤਨਾ ਹੈ ਤਿਉਂ ਚੇਤ ਲੈ, ਨਿਸ ਦਿਨ ਮੇ ਪ੍ਰਾਣੀ ਹੀ ਅਲਾਪਦੇ ਰਹੇ। ਫਿਰ ਆਪ ਹੀ ਔਰੰਗਜ਼ੇਬ ਨੂੰ ਸੁਨੇਹਾ ਘੱਲਿਆ ਕਿ ਜੇ ਉਸ ਕੋ ਮੁਹੰਮਦੀ ਕਰ ਲਿਓ ਤਾਂ ਸਾਰੇ ਮੰਨ ਜਾਣਗੇ। ਆਪ ਹੀ ਅੱਗ ਬਾਲੀ, ਕਾਰਾਗ੍ਰਹਿ ਆਪ ਹਮ ਲੇਹ ਤੇ ਸ਼ਹੀਦ ਹੋ ਗਏ। ਕਈਆਂ ਖਿਆਲ ਕੀਤਾ ਕਿ ਜ਼ੁਲਮ ਜਿੱਤ ਗਿਆ, ਨਿਰੀ ਰਾਖ ਰਹਿ ਗਈ ਹੈ, ਪਰ ਦੇਖਦੇ ਹੀ ਦੇਖਦੇ ਉਸੇ ਸ਼ਹਾਦਤ ਵਿੱਚੋਂ ਗੁਰੂ ਰੂਪ ਖਾਲਸੇ ਨੇ ਜਨਮ ਲਿਆ, ਜੋ ਹੁਣ ਵੀ ਆਕਾਸ਼ ਵਿੱਚ ਤਾਰੀਆਂ ਲਾ ਰਿਹਾ ਹੈ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਸੂਰਜ ਪ੍ਰਕਾਸ਼ ਦੇ ਪੰਨਾ 4526 ਤੇ ਲਿਖਿਆ ਹੈ ਕਿ ਜਦ ਸਾਰੀ ਵਾਰਤਾ ਭਾਈ ਜੈਤਾ ਜੀ ਨੇ ਸੁਣਾਈ ਕਿ ਗੁਰੂ ਮਾਲਕ ਦੇ ਸ਼ਹੀਦ ਕੀਤੇ ਜਾਣ ਵੇਲੇ ਦਿੱਲੀ ਦੇ ਬਹੁਤ ਲੋਕੀ ਘਬਰਾ ਗਏ, ਕਈ ਡਰ ਗਏ, ਨਿੱਤਰ ਕੇ ਸਾਹਮਣੇ ਕੋਈ ਨਾ ਆਇਆ, ਤਾਂ ਦਸ਼ਮੇਸ਼ ਪਿਤਾ ਨੇ ਉਸ ਵੇਲੇ ਫਰਮਾਇਆ ਕਿ ਹੁਣ ਐਸਾ ਖਾਲਸਾ ਰਚਾਂਗਾ ਜੋ ਕਿਸੇ ਵੇਲੇ ਵੀ ਪਿੱਛੇ ਨਹੀਂ ਹਟੇਗਾ। ਸ਼ੇਰਾਂ ਵਾਂਗ ਉਹ ਗੱਜੇਗਾ, ਹੰਸ ਵਾਂਗ ਵਿਵੇਕ ਬੁੱਧੀ ਦਾ ਮਾਲਕ ਹੋਵੇਗਾ, ਪਖੰਡੀ ਅਤੇ ਭੇਖੀ ਨਹੀਂ ਹੋਣ ਲੱਗਾ। ਮੋਰ ਵਾਂਗ ਪਹਿਲਾਂ ਪਾ ਆਦਰਸ਼ ਦ੍ਰਿੜਾਏਗਾ ਅਤੇ ਘੋੜੇ ਵਾਂਗ ਦ੍ਰਿੜ ਚਿੱਤ ਰਹੇਗਾ। ਗਾਰਡਨ ਨੇ ਲਿਖਿਆ ਹੈ ਕਿ ਇਸ ਸ਼ਹਾਦਤ ਨਾਲ ਤਿੱਖੀਆਂ ਸੂਲਾਂ ਬੀਜੀਆਂ ਗਈਆਂ ਜੋ ਛੇਤੀ ਹੀ ਖਾਲਸਾ ਰੂਪ ਵਿੱਚ ਵੱਡੀਆਂ ਹੋ ਪ੍ਰਗਟ ਹੋ ਆਈਆਂ। ਇਸ ਵਿੱਚ ਰਤੀ ਭਰ ਵੀ ਸ਼ੱਕ ਨਹੀਂ ਕਿ ਗੁਰੂ ਜੀ ਦੀ ਸ਼ਹਾਦਤ ਨੇ ਔਰੰਗਜ਼ੇਬ ਦੀ ਧਾਰਮਿਕ ਪਾਲਿਸੀ ਵਿਰੁੱਧ ਡਟ ਖਲੋਣ ਦਾ ਜਜ਼ਬਾ ਉਠਾ ਦਿੱਤਾ। ਲਤੀਫ ਤੱਕ ਨੇ ਲਿਖਿਆ ਹੈ ਕਿ ਇਸ ਸ਼ਹਾਦਤ ਨੇ ਸਿੱਖਾਂ ਸਾਹਮਣੇ ਇੱਕੋ ਹੀ ਰਾਹ ਰਹਿਣ ਦਿੱਤਾ ਕਿ ਉਹ ਸ਼ਸਤਰਧਾਰੀ ਹੋਣ। ਡਾਕਟਰ ਗੋਕਲ ਚੰਦ ਨਰੰਗ ਨੇ ਲਿਖਿਆ ਹੈ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਉਹਨਾਂ ਦੀ ਜ਼ਿੰਦਗੀ ਨਾਲੋਂ ਵੀ ਵੱਧ ਪ੍ਰਭਾਵ ਪਿਆ। ਉੱਤਰੀ ਹਿੰਦੁਸਤਾਨ ਵਿੱਚ ਗੁਰੂ ਜੀ ਨੂੰ ਹਰ ਕੋਈ ਪਿਆਰ ਦਿੰਦਾ ਅਤੇ ਆਦਰ ਕਰਦਾ ਸੀ। ਰਾਜਪੂਤ ਰਾਜੇ ਸਨਮਾਨ ਦਿੰਦੇ ਸਨ ਅਤੇ ਪੰਜਾਬ ਦੇ ਵਸਨੀਕ ਤਾਂ ਪੂਜਾ ਕਰਦੇ ਸਨ। ਸ਼ਹਾਦਤ ਨੂੰ ਹਿੰਦੂ ਜਗਤ ਨੇ ਉਹਨਾਂ ਦੇ ਧਰਮ ਦੀ ਰੱਖਿਆ ਲਈ ਹੋਇਆ ਜਾਣਿਆ ਅਤੇ ਪੰਜਾਬ ਵਿੱਚ ਰੋਸ ਅਤੇ ਜੋਸ਼ ਦੀ ਜਵਾਲਾ ਭੜਕ ਉੱਠੀ। ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਇਹ ਸ਼ਹਾਦਤ ਗੁਰੂ ਨਾਨਕ ਦੇਵ ਜੀ ਦੇ ਪਾਏ ਪੂਰਨਿਆਂ ਤੇ ਹੀ ਇੱਕ ਅਮਲੀ ਲੇਖ ਸੀ। ਗੁਰੂ ਨਾਨਕ ਦਾ ਘਰ ਸੱਚ, ਪ੍ਰੇਮ, ਅਣਖ ਅਤੇ ਆਜ਼ਾਦੀ ਦਾ ਰਾਖਾ ਰਿਹਾ ਹੈ। ਉਸ ਲਈ ਗੁਰੂ ਸਾਹਿਬਾਨ ਜੂਝਦੇ ਅਤੇ ਟਕਰਾਉਂਦੇ ਵੀ ਰਹੇ ਹਨ। ਬਾਬਾ ਬਾਬਰ ਨਾਲ, ਦਾਦਾ ਦਾਦੇ ਨਾਲ, ਪੋਤਰਾ ਪੋਤਰੇ ਨਾਲ, ਗੁਰੂ ਨਾਨਕ ਜੀ ਬਾਬਰ ਨਾਲ, ਜਹਾਂਗੀਰ ਨੇ ਗੁਰੂ ਅਰਜਨ ਜੀ ਨੂੰ ਸ਼ਹੀਦ ਕੀਤਾ ਅਤੇ ਜਹਾਂਗੀਰ ਦੇ ਪੋਤਰੇ ਔਰੰਗਜ਼ੇਬ ਨਾਲ ਗੁਰੂ ਅਰਜਨ ਦੇਵ ਜੀ ਦੇ ਪੋਤਰੇ ਗੁਰੂ ਤੇਗ ਬਹਾਦਰ ਜੀ ਨੇ ਲੋਹਾ ਲਿਆ। ਬਸ ਕਨਿੰਗਮ ਦੇ ਸ਼ਬਦਾਂ ਵਿੱਚ ਇਹ ਹੀ ਕਹਿਣਾ ਬਣਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪਿਤਾ ਗੁਰੂ ਦੀ ਸ਼ਹਾਦਤ ਦੇ ਕਾਰਨਾਂ ਨੂੰ ਘੋਖਿਆ, ਔਰੰਗਜ਼ੇਬ ਦੀ ਤਵੱਸਵੀ ਧਾਰਮਿਕ ਨੀਤੀ ਨੂੰ ਪੇਖਿਆ। ਤਜਰਬੇ, ਸੂਝ ਅਤੇ ਸਿਆਣਪ ਨੇ ਉਹਨਾਂ ਤੇ ਪ੍ਰਗਟ ਕਰ ਦਿੱਤਾ ਕਿ ਉਹ ਆਪਣੇ ਹਮਵਤਨਾਂ ਨੂੰ ਮੁੜ ਨਵੇਂ ਸਿਰਿਓਂ ਉਠਾਉਣ ਅਤੇ ਗੁਰੂ ਨਾਨਕ ਦੇ ਮੋਟੇ ਅਸੂਲਾਂ ਨੂੰ ਨਿਰਣਾਜਨਕ ਰੂਪ ਦੇਣ। ਐਸੀ ਰੂਹ ਫੂਕੀ ਕਿ ਨਾ ਸਿਰਫ ਸਿੱਖਾਂ ਦੇ ਮਨਾਂ ਨੂੰ ਬਦਲ ਦਿੱਤਾ, ਸਗੋਂ ਹਰ ਪੱਖੋਂ ਬਲਵਾਨ ਅਤੇ ਤਗੜਾ ਕਰ ਦਿੱਤਾ। ਅਕਲ ਅਤੇ ਸ਼ਕਲ ਦੋਵੇਂ ਹੀ ਬਦਲ ਦਿੱਤੀਆਂ। ਸਿੱਖ ਦੀ ਨੁਹਾਰ ਸੰਸਾਰ ਭਰ ਤੋਂ ਵੱਖਰੀ ਹੋ ਗਈ ਅਤੇ ਸਿੱਖ ਨੇ ਉਹ ਕਾਰਨਾਮੇ ਕਰ ਦਿਖਾਏ ਜੋ ਕਿਸੇ ਕੌਮ ਕੋਲੋਂ ਨਾ ਹੋ ਸਕੇ। ਅੱਜ ਅਸੀਂ ਇਤਜਿਨਕਰੀ ਕਿਤਾਬ ਦੇ 188 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।